फटाक 30 सेकंड च खबर डाउनलोड करो तक ऐप। सिद्धू साहब ਨੂੰ ਸੈਲੀਬ੍ਰਿਟੀ ਤੁਸੀਂ ਲੋਕਾਂ ਨੇ ਬਣਾਇਆ, ਮੀਡੀਆ ਨੇ ਬਣਾਇਆ। ਸਿੱਧੂ ਸਾਹਿਬ ਆਈ ਵਿਸ਼ ਸੈਲੀਬ੍ਰਿਟੀ ਉਹਨਾਂ ਨੂੰ ਅਗਰ ਲੋਕ ਬਣਾਉਂਦੇ ਤਾਂ ਮੈਂ ਵੀ ਮੰਨਦੀ ਕਿ ਉਹ ਸੈਲੀਬ੍ਰਿਟੀ ਨੇ। ਹਲਕੇ ਦੇ ਵਿੱਚ ਸਿੱਧੂ ਸਾਹਿਬ ਬਿਲਕੁਲ ਵਿਚਰੇ ਨਹੀਂ ਹੈ। ਸਾਡੇ ਕੰਮ ਦਾ ਮੁਕਾਬਲਾ ਸਿੱਧੂ ਸਾਹਿਬ ਕਰ ਨਹੀਂ ਸਕਦੇ ਔਰ ਸਿੱਧੂ ਸਾਹਿਬ ਦੀ ਜ਼ੁਬਾਨ ਔਰ ਐਟੀਟਿਊਡ ਦਾ ਮੁਕਾਬਲਾ ਅਸਾਂ ਕਰਨਾ ਨਹੀਂ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਨਾਜ਼ਰੀਨ, ਇਸ ਵੇਲੇ ਅਸੀਂ ਖਲੋਤੇ ਹਾਂ ਅੰਮ੍ਰਿਤਸਰ ਪੂਰਬੀ ਇਲਾਕੇ ਦੇ ਵਿੱਚ, ਜਿਹੜਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਹੋਮ ਕੰਸਟੀਚੁਐਂਸੀ ਹੈ, ਜਿੱਥੋਂ ਉਹਨਾਂ ਨੇ 2017 ਦੀ ਚੋਣਾਂ ਲੜੀਆਂ ਔਰ ਐਸੀ ਕੰਸਟੀਚੁਐਂਸੀ ਤੋਂ 2012 ਦੇ ਵਿੱਚ ਮਿਸਿਸ ਨਵਜੋਤ ਕੌਰ ਸਿੱਧੂ ਨੇ ਇਲੈਕਸ਼ਨਸ ਲੜੀਆਂ ਔਰ ਜੇਤੂ ਹੋਏ। ਅਸੀਂ ਇਸ ਕੰਸਟੀਚੁਐਂਸੀ ਵਿੱਚ ਆਏ ਹਾਂ ਕਿਉਂਕਿ ਇਹਨਾਂ ਦੇ ਸਾਹਮਣੇ ਐਤਕੀ ਜਿਹੜਾ ਇੱਕ ਕੰਪੀਟੀਸ਼ਨ ਆ ਰਿਹਾ ਹੈਗਾ, ਜੋ ਕਿ ਉਹਨਾਂ ਨੂੰ ਚੋਣਾਂ 'ਚ ਮੁਕਾਬਲਾ ਦੇਣ ਵਾਲਾ ਹੈ। ਉਹ ਹਾਲ ਦੀ ਕੜੀ ਹੈਗੇ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ, ਤੇ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਬਹਿਰਾਲ ਥੋੜੀ ਜਿਹੀ ਜੀਵਨਜੋਤ ਕੌਰ ਹੋਰਾਂ ਬਾਰੇ ਅਸੀਂ ਜਿਹੜੀ ਉਹਨਾਂ ਦਾ ਬੈਕਗਰਾਉਂਡ ਵੇਖਿਆ, ਉਹ NGO ਚਲਾਉਂਦੇ ਨੇ ਤੇ ਉਹਨਾਂ ਦੀ ਜਿਹੜੀ NGO ਹੈਗੀ ਵੱਖ-ਵੱਖ ਖਿੱਤਿਆਂ ਵਿੱਚ ਕੰਮ ਕਰਦੀ ਹੈ, ਜਿਸ ਤਰ੍ਹਾਂ ਵਿਮਨ ਵੈਲਫੇਅਰ, ਚਾਈਲਡ ਵੈਲਫੇਅਰ, ਔਰਫਨਸ ਵਾਸਤੇ। ਤੇ ਇਹ ਉਹਨਾਂ ਦਾ ਪਹਿਲਾ ਇਲੈਕਸ਼ਨ ਹੈ ਤੇ ਅਸੀਂ ਜੀਵਨਜੋਤ ਕੌਰ ਹੋਰਾਂ ਨਾਲ ਹੁਣ ਮਿਲਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਜੀਵਨਜੋਤ ਜੀ, ਤੁਹਾਡਾ ਨਿੱਘਾ ਸਵਾਗਤ ਪੰਜਾਬ ਤੱਕ ਤੇ। ਥੈਂਕ ਯੂ ਹਰਮੀਤ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਹ ਦੱਸੋ ਕਿ ਜਿਹੜਾ ਇੱਕ ਸਵਾਲ ਇੱਕ ਆਡੀਅנס ਦੇ ਜ਼ਿਹਨ ਵਿੱਚ ਆਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੂਰੀ ਸਟੇਟ ਜਾਣਦੀ ਹੈ, ਪੂਰਾ ਮੁਲਕ ਜਾਣਦਾ ਹੈ, ਤੇ ਇੱਕ ਸੈਲੈਬ੍ਰਿਟੀ ਸਟੇਟਸ ਵੀ ਨਾਲ ਲੈ ਕੇ ਆਉਂਦੇ ਨੇ, ਤੇ ਤੁਸੀਂ ਉਹਨਾਂ ਦੇ ਮੁਕਾਬਲੇ ਖੜੇ ਹੋ। ਤੁਹਾਨੂੰ ਕਿੱਧਰੋਂ ਦੀ ਪਹਿਲੀ ਗੱਲ ਤਾਂ ਹੈਗੀ ਕਿ ਇੰਸਪੀਰੇਸ਼ਨ ਕਿਸ ਤਰ੍ਹਾਂ ਮਿਲੀ ਕਿ ਤੁਸੀਂ ਹੁਣ ਇੱਥੋਂ ਦੀ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਖੜੇ ਹੋਵੋਗੇ, ਜਾਂ ਪਾਰਟੀ ਨੇ ਕਿਹਾ ਚਲੋ ਤੁਸੀਂ ਇੱਥੇ ਹੀ ਟਰਾਈ ਕਰ ਲਓ? ਨਥਿੰਗ ਲਾਈਕ ਦੈਟ ਹਰਮੀਤ। ਫਸਟ ਆਫ ਆਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਿੱਧੂ ਸਾਹਿਬ ਨੂੰ ਸੈਲੀਬ੍ਰਿਟੀ ਤੁਸੀਂ ਲੋਕਾਂ ਨੇ ਬਣਾਇਆ, ਮੀਡੀਆ ਨੇ ਬਣਾਇਆ। ਸਿੱਧੂ ਸਾਹਿਬ ਆਈ ਵਿਸ਼ ਸੈਲੀਬ੍ਰਿਟੀ ਉਹਨਾਂ ਨੂੰ ਅਗਰ ਲੋਕ ਬਣਾਉਂਦੇ ਤਾਂ ਮੈਂ ਵੀ ਮੰਨਦੀ ਕਿ ਉਹ ਸੈਲੀਬ੍ਰਿਟੀ ਨੇ। ਹਲਕੇ ਦੇ ਵਿੱਚ ਸਿੱਧੂ ਸਾਹਿਬ ਬਿਲਕੁਲ ਵਿਚਰੇ ਨਹੀਂ ਹੈ। ਹਲਕੇ ਦੇ ਵਿੱਚ ਚੁਣੇ ਹੋਏ ਨੁਮਾਇੰਦੇ ਸੀਗੇ, ਉਹਨਾਂ ਦਾ ਫਰਜ਼ ਬਣਦਾ ਸੀ ਆ ਕੇ ਲੋਕਾਂ ਦਾ ਲੋੜ ਵੇਲੇ ਬਾਂਹ ਫੜਨੀ ਜਾਂ ਐਟਲੀਸਟ ਆ ਕੇ ਲੋਕਾਂ ਦੇ ਵਿੱਚ ਵਿਚਰਨਾ, ਔਰ ਉਹ ਬਿਲਕੁਲ ਹਲਕੇ 'ਚੋਂ ਗਾਇਬ ਰਹੇ ਨੇ। ਦੂਸਰੀ ਗੱਲ ਰਹੀ ਕਿ ਤੁਸੀਂ ਕਹਿੰਦੇ ਹੋ ਸ਼ਾਇਦ ਇਹ ਸਵਾਲ, ਮੈਨੂੰ ਪਹਿਲਾ ਸਵਾਲ ਹੀ ਹਰ ਮੀਡੀਆ ਇਹੀ ਕਰ ਰਿਹਾ ਕਿ ਵੀ ਇਸ ਕੰਪੀਟੀਸ਼ਨ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕਿੱਦਾਂ ਟਫ ਲੱਗਦਾ। ਸੋ ਮੈਂ ਇਹਨੂੰ ਕੰਪੀਟੀਸ਼ਨ ਨਹੀਂ ਮੰਨਦੀ ਹਾਂ। ਰੀਜ਼ਨ ਬੀਇੰਗ ਸਾਡੇ ਕੰਮ ਦਾ ਮੁਕਾਬਲਾ ਸਿੱਧੂ ਸਾਹਿਬ ਕਰ ਨਹੀਂ ਸਕਦੇ ਔਰ ਸਿੱਧੂ ਸਾਹਿਬ ਦੀ ਜ਼ੁਬਾਨ ਔਰ ਐਟੀਟਿਊਡ ਦਾ ਮੁਕਾਬਲਾ ਅਸਾਂ ਕਰਨਾ ਨਹੀਂ ਚਾਹੁੰਦੇ ਹਾਂ। ਸੋ ਦੈਟਸ ਇਟ। ਦੇਖੋ, ਹਾਲ ਦੀ ਕੜੀ ਜੋ ਤੁਹਾਡਾ ਕਲੇਮ ਟੂ ਫੇਮ ਹੈਗਾ, ਉਹ ਇਹੀ ਹੈਗਾ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੁਕਾਬਲਾ ਦੇ ਰਹੇ ਹੋ ਔਰ ਤੁਸੀਂ ਉਹਨਾਂ ਦੇ ਬਿਲਕੁਲ ਸਾਹਮਣੇ ਆ ਕੇ ਇਲੈਕਸ਼ਨ ਲੜ ਰਹੇ ਹੋ, ਆਮ ਆਦਮੀ ਪਾਰਟੀ ਤੋਂ ਲੜ ਰਹੇ ਹੋ ਔਰ ਉਸ ਮਾਹੌਲ ਵਿੱਚ ਲੜ ਰਹੇ ਹੋ ਜਿਸ ਮਾਹੌਲ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਤਕੀ ਡਾਇਰੈਕਟ ਚੈਲੰਜਰ ਜਿਹੜਾ ਹੈਗਾ ਕਾਂਗਰਸ ਨੂੰ, ਉਹ ਆਮ ਆਦਮੀ ਪਾਰਟੀ ਹੋਣ ਵਾਲਾ ਹੈ। ਇਸ ਦੇ ਇਲਾਵਾ ਜਿਸ ਨੂੰ ਕਿਹਾ ਜਾਵੇ ਕਿ ਕਲੇਮ ਟੂ ਫੇਮ, ਉਹ ਹਜੇ ਨਹੀਂ ਦਿਖ ਰਿਹਾ। ਅਗਰ ਤੁਸੀਂ ਇਹ ਇਲੈਕਸ਼ਨ ਜਿੱਤ ਜਾਂਦੇ ਹੋ ਤਾਂ ਫੇਰ ਹੋ ਸਕਦਾ ਹੈ। ਇਹ ਸਾਰੀ ਗੱਲਾਂ ਦੇ ਇਲਾਵਾ ਤੁਸੀਂ ਐਸਾ ਕਿਹੜੀ ਚੀਜ਼ ਲੈ ਕੇ ਵੋਟਰਾਂ ਕੋਲ ਜਾ ਰਹੇ ਹੋ, ਇਸ ਐਲੀਗੇਸ਼ਨ ਦੇ ਵੀ ਇਲਾਵਾ ਕਿ ਹਾਂਜੀ ਇਹ ਸਿੱਧੂ ਹੋਰੀ ਇੱਥੇ ਦਿਖਦੇ ਨਹੀਂ ਸੀ, ਇੱਥੋਂ ਅਲੋਪ ਰਹੇ ਨੇ, ਇਸ ਦੇ ਇਲਾਵਾ ਵੋਟਰਸ ਕੋਲ ਜਦ ਤੁਸੀਂ ਜਾਂਦੇ ਹੋ ਤੇ ਉਹਨਾਂ ਅੱਗੇ ਤੁਸੀਂ ਕੀ ਪ੍ਰਪੋਜ਼ਲ ਰੱਖਦੇ ਹੋ? ਪਹਿਲੀ ਗੱਲ ਤੇ ਹਰਮੀਤ, ਇਹ ਐਲੀਗੇਸ਼ਨ ਸਾਡਾ ਨਹੀਂ ਹੈ, ਇਹ ਐਲੀਗੇਸ਼ਨ ਲੋਕਾਂ ਦਾ ਐਲੀਗੇਸ਼ਨ ਹੈ ਕਿ ਸਿੱਧੂ ਸਾਹਿਬ ਵੜੇ ਨਹੀਂ ਹੈ। ਸੋ ਦੇयर ਇਜ਼ ਅ ਬਿਗ ਡਿਫਰੈਂਸ ਬਿਟਵੀਨ ਥੀਸ ਟੂ ਥਿੰਗਸ। ਦੂਸਰੀ ਚੀਜ਼ ਜਿਹੜੀ ਹੈ, ਹਲਕੇ ਦੇ ਲੋਕਾਂ ਦੇ ਵਿੱਚ ਅਸੀਂ ਜਾ ਕੇ ਸਭ ਤੋਂ ਜਿਹੜਾ ਮੇਨ ਮੁੱਦਾ ਹੈ ਉਹ ਹੈ ਬੇਰੁਜ਼ਗਾਰੀ ਦਾ। ਸੈਕਿੰਡ ਜਿਹੜਾ ਇਸ ਹਲਕੇ ਦੇ ਵਿੱਚ ਹੈ, ਡਰੱਗਸ ਹੈ। ਮਕਬੂਲਪੁਰਾ ਇੱਕ ਅਜਿਹਾ ਏਰੀਆ ਹੈ ਇਸ ਹਲਕੇ ਦੇ ਵਿੱਚ ਜਿੱਥੇ ਕਈ ਪਰਿਵਾਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਪੂਰੇ ਪਰਿਵਾਰ ਦੇ ਜਿਹੜੇ ਮੇਲ ਮੈਂਬਰਸ ਹੈ ਉਹ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਨੇ। ਸੋ ਹੈਲਥ ਔਰ ਐਜੂਕੇਸ਼ਨ 'ਤੇ ਬਹੁਤ ਸਾਰਾ ਕੰਮ ਹੋਣ ਵਾਲਾ ਹੈ। ਸੋ ਇਹ ਬੇਸਿਕ ਇਸ਼ੂਜ਼ ਰਹਿਣਗੇ। ਉਸ ਤੋਂ ਇਲਾਵਾ ਇੱਥੇ ਇੱਕ ਐਮੂਨੇਸ਼ਨ ਡੰਪ ਹੈ ਜਿਸ ਨੂੰ ਸ਼ਿਫਟ ਕਰਨਾ ਬਹੁਤ ਜ਼ਰੂਰੀ ਹੈ। ਸਬਜ਼ੀ ਮੰਡੀ ਹੈ ਜਿੱਥੇ ਥੋੜ੍ਹੀ ਜਿਹੀ ਬਾਰਿਸ਼ ਹੋ ਜਾਂਦੀ ਹੈ ਅਤੇ ਬਹੁਤ ਕੰਮ ਖਰਾਬ ਹੋ ਜਾਂਦਾ ਹੈ। ਔਰ ਅਦਰ ਦੈਨ ਦੈਟ ਯੂ ਨੋ ਵੈਨ ਆਈ ਵਿਜ਼ਿਟ ਪੀਪਲ, ਲੋਕਾਂ ਨੂੰ ਮਿਲੀਦਾ ਜਾ ਕੇ, ਤੇ ਉਹਨਾਂ ਦੇ ਬੇਸਿਕ ਇਸ਼ੂਜ਼ ਹੀ ਉਹੀ ਨੇ, ਨਾਲੀਆਂ, ਗਲੀਆਂ, ਪਾਣੀ, ਸਾਫ਼ ਪਾਣੀ, ਪੀਣ ਵਾਲਾ ਪਾਣੀ। ਸੋ ਇਹ ਸਾਰੀ ਇਸ਼ੂਜ਼ ਹੈਗੇ ਜਿਨ੍ਹਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ। ਤੁਹਾਨੂੰ ਲੱਗਦਾ ਹੈਗਾ ਕਿ ਜਿਹੜੇ ਇਸ਼ੂਜ਼ ਤੁਸੀਂ ਲੈ ਕੇ ਜਾ ਰਹੇ ਹੋ ਉਹ ਇਸ਼ੂਜ਼ ਵੱਲ ਲੋਕੀ ਜ਼ਿਆਦਾ ਤਵੱਜੋ ਦੇਣਗੇ? ਹਾਲਾਂਕਿ ਤੁਸੀਂ ਇਸ ਗੱਲ ਦਾ ਜਵਾਬ ਮੈਨੂੰ ਪਤਾ ਕੀ ਦੋਗੇ, ਲੇਕਿਨ ਫਿਰ ਵੀ ਮੇਰਾ ਫਰਜ਼ ਬਣਦਾ ਪੁੱਛਣਾ ਕਿ ਜਾਂ ਉਹ ਸੈਲੈਬ੍ਰਿਟੀ ਸਟੇਟਸ ਨਾਲ, ਸੈਲੈਬ੍ਰਿਟੀ ਇਮੇਜ ਨਾਲ ਦੇ ਵਿਲ ਗੈਟ ਕੈਰੀਡ ਅਵੇ?
ਨੋ ਦੇ ਵਿਲ ਨਾਟ ਗੈਟ ਕੈਰੀਡ ਅਵੇ ਦਿਸ ਟਾਈਮ। ਇਹ ਅਸੀਂ ਤੁਹਾਨੂੰ ਲਿਖ ਕੇ ਦੇ ਸਕਦੇ ਹਾਂ, ਕਿਉਂਕਿ ਇੰਨਾ ਗੁੱਸਾ ਲੋਕਾਂ 'ਚ ਮੈਂ ਕਦੇ ਨਹੀਂ ਦੇਖਿਆ। ਰੋ ਪੈਂਦੇ ਆ ਲੋਕ, ਸਪੈਸ਼ਲੀ ਲੇਡੀਜ਼। ਮੈਂ ਜਿੰਨੀਆਂ ਮੀਟਿੰਗਸ ਦੇ ਵਿੱਚ ਜਾਂਦੀ ਹਾਂ ਉਹਨਾਂ ਦੇ ਵਿੱਚ ਅਗਰ 10 ਲੇਡੀਜ਼ ਹੈ ਤੇ 2 ਤਾਂ ਬਿਲਕੁਲ ਰੋ ਹੀ ਪੈਂਦੀਆਂ ਨੇ। ਅੱਜ ਵੀ ਇੱਕ ਇਨਸੀਡੈਂਟ ਇਸ ਤਰ੍ਹਾਂ ਦਾ ਹੋਇਆ, ਇੱਕ ਕਪਲ ਬਜ਼ੁਰਗ ਸੀਗਾ, ਉਹਨਾਂ ਨੇ ਕਿਹਾ ਕਿ ਮੈਮ ਤੁਸੀਂ ਨਸ਼ਿਆਂ ਲਈ ਜ਼ਰੂਰ ਕੁਝ ਕਰਨਾ ਕਿਉਂਕਿ ਅਸੀਂ ਪਰਸਨਲੀ ਇਫੈਕਟਡ ਹਾਂ, ਔਰ ਨਾਲ ਹੀ ਉਹ ਦੋਨੋਂ ਰੋਣ ਲੱਗ ਗਏ ਕਿਉਂਕਿ ਉਹਨਾਂ ਦਾ ਬੇਟਾ ਕਿਤੇ ਨਾ ਕਿਤੇ ਡਰਗ ਐਡਿਕਟ ਹੈ ਔਰ ਉਹ ਇਫੈਕਟਡ ਫੈਮਿਲੀ ਹੈ, ਯੂ ਨੋ। ਸੋ ਐਂਡ ਸੈਕੰਡਲੀ ਹੁਣ ਲੋਕ ਇੰਨੇ ਅਵੇਅਰ ਨੇ ਸੋਸ਼ਲ ਮੀਡੀਆ ਕਰਕੇ ਕਿ एवरीवन ਸੇਜ਼ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਬਹੁਤ ਸਾਰੇ ਕੰਮ ਕੀਤੇ ਹੈ, ਤੇ ਪੰਜਾਬ ਦੇ ਲੋਕ ਕਿਉਂ ਹੱਕਦਾਰ ਨਹੀਂ ਹੈ ਇੱਕ ਇਮਾਨਦਾਰ ਸਰਕਾਰ ਦੇ, ਜਿਹਦੇ ਆਉਣ ਦੇ ਨਾਲ ਆਮ ਪਰਿਵਾਰ ਦਾ ਜਿਹੜਾ ਰਹਿਣ ਸਹਿਣ ਦਾ ਪੱਧਰ ਹੈ ਉਹ ਥੋੜਾ ਉੱਚਾ ਹੋ ਜਾਏ। ਮੈਂ ਦਿੱਲੀ ਤੋਂ ਆਉਂਦਾ, ਦਿੱਲੀ ਪੋਲੂਸ਼ਨ ਬੜੀ ਹੈ, ਬਹੁਤ ਜ਼ਬਰਦਸਤ ਪੋਲੂਸ਼ਨ ਹੈ, ਉਹਨੂੰ ਕਿਤੇ ਤੇ ਬਲੇਮ ਕਰੋਗੇ? ਔਰ ਇਤਨੀ ਪੋਲੂਸ਼ਨ ਮੈਂ ਤੁਹਾਡੇ ਪੰਜਾਬ ਵਿੱਚ ਆ ਕੇ ਮੈਨੂੰ ਤਾਂ ਫਿਰ ਦਿੱਲੀ ਮਾਡਲ ਜਿਹੜਾ ਹੈਗਾ ਨਾ ਥੋੜਾ ਜਿਹਾ ਅਜੀਬ ਜਿਹਾ ਲੱਗਦਾ। ਅਸੀਂ ਪੜ੍ਹਦੇ ਰਹਿੰਦੇ ਹਾਂ, ਅਸੀਂ ਆਪ ਵੀ ਦਿੱਲੀ ਵਿਚਰੀਦਾ ਹੈ, ਲੇਕਿਨ ਜਦੋਂ ਤੋਂ ਉਹਦੀ ਆਬੋ ਹਵਾ ਵੇਖੀ ਦੀ ਹੈ ਤੇ ਇਤਨੀ ਜ਼ਹਿਰੀਲੀ ਆਬੋ ਹਵਾ ਹੈ ਕਿ ਤੁਹਾਡੇ ਰੰਗ ਕਾਲੇ ਪੈ ਜਾਂਦੇ ਨੇ। ਇੱਥੇ ਆਇਆ ਮੇਰਾ ਰੰਗ ਵੀ ਸਾਫ਼ ਹੋ ਗਿਆ ਹੈ ਕਿਉਂਕਿ ਆਬੋ ਹਵਾ ਬੜੀ ਚੰਗੀ ਹੈਗੀ ਹੈ, ਖਾਣਾ ਪੀਣਾ ਬੜਾ ਸਵੱਛ ਹੈਗਾ ਹੈ। ਤੇ ਇਹ ਦਿੱਲੀ ਮਾਡਲ ਕਿਤੇ ਤੁਹਾਨੂੰ ਨਹੀਂ ਜਾਪਦਾ ਕਿ ਵੀ ਇਹ ਓਵਰਬਲੋਨ ਹੈ? ਦੇਖੋ ਬਿਲਕੁਲ ਨਹੀਂ ਜਾਪਦਾ। ਤੁਸੀਂ ਦਿੱਲੀ ਜਾ ਕੇ, ਅਸੀਂ ਵੀ ਦਿੱਲੀ ਜਾਂਦੇ ਰਹੇ ਹਾਂ, ਅਸੀਂ ਦਿੱਲੀ ਜਾ ਕੇ ਬੜੇ ਲੋਕਾਂ 'ਚ ਵਿਚਰਦੇ ਰਹੇ ਹਾਂ, ਬੜੇ ਲੋਕਾਂ ਨੂੰ ਦੱਸਦੇ ਆ ਅਰਵਿੰਦ ਕੇਜਰੀਵਾਲ ਨੂੰ ਲੋਕ ਬਹੁਤ ਪੂਜਦੇ ਨੇ। ਐਂਡ ਲੈਟ ਮੀ ਆਲਸੋ ਇਨਫੋਰਮ ਯੂ ਵਨ ਥਿੰਗ, ਆਈ ਨੋ ਪੀਪਲ ਇਨ ਦਿੱਲੀ ਹੂ ਆਰ ਹਾਰਡਕੋਰ ਬੀਜੇਪੀਅਨਸ, ਹਾਰਡਕੋਰ ਕਾਂਗਰਸ ਪੀਪਲ, ਪਰ ਉਹ ਕਹਿੰਦੇ ਜੀ ਅਸੀਂ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਣੀ ਕਿਉਂਕਿ ਸਾਡੇ ਫਾਇਦੇ ਬਹੁਤ ਹੋਏ ਆ। ਸੋ ਦਿਸ ਇਜ਼ ਦਿੱਲੀ ਮਾਡਲ। ਇੱਕ ਗੱਲ ਹੋਰ ਵੀ ਆਉਂਦੀ ਹੈਗੀ ਹੈ ਕਿ ਕਿਉਂਕਿ ਹੁਣ ਰੈਲੀਆਂ ਤੇ ਰੋਕ ਹੈਗੀ ਹੈ, ਤੁਹਾਨੂੰ ਇਸ ਦਾ ਕਿੰਨਾ ਸੈਟਬੈਕ ਲੱਗ ਰਿਹਾ ਹੈਗਾ? ਕਿਉਂਕਿ ਕੋਵਿਡ ਰਿਸਟ੍ਰਿਕਸ਼ਨਸ ਵੀ ਨੇ, ਰੈਲੀਆਂ ਤੇ ਰੋਕ ਵੀ ਹੈਗੀ ਹੈ, ਔਰ ਤੁਹਾਡੇ ਸਪੋਰਟ ਦੇ ਵਿੱਚ ਵੱਡੇ ਲੀਡਰ ਸ਼ਾਇਦ ਮੁਸ਼ਕਲ ਹੋਏ ਉਹਨਾਂ ਨੂੰ ਆਉਣ ਵਿੱਚ, ਇਸ ਦਾ ਕਿੰਨਾ ਸੈਟਬੈਕ ਜਾਪਦਾ ਹੈ? ਇਸ ਦਾ ਸਾਨੂੰ ਸੈਟਬੈਕ ਕੋਈ ਨਹੀਂ ਜਾਪਦਾ ਹੈ। ਰੀਜ਼ਨ ਇਹ ਹੈ ਕਿ ਸਾਡੀ ਪਾਰਟੀ ਦੀ ਇੱਕ ਸਟਰੈਂਥ ਹੈ ਔਰ ਉਹ ਹੈ ਡੋਰ ਟੂ ਡੋਰ ਐਕਟੀਵਿਟੀ, ਔਰ ਡੋਰ ਟੂ ਡੋਰ ਐਕਟੀਵਿਟੀ ਕਰ ਰਹੇ ਹਾਂ। ਔਰ ਵਾਹਿਦ ਇੱਕ ਡੋਰ ਟੂ ਡੋਰ ਐਕਟੀਵਿਟੀ ਹੈ ਜਿਹਦੇ ਰਾਹੀਂ ਅਸੀਂ ਹਰ ਘਰ ਦੇ ਵਿੱਚ ਪਹੁੰਚ ਕਰ ਰਹੇ ਹਾਂ ਇਸ ਵੇਲੇ। ਔਰ ਡੋਰ ਟੂ ਡੋਰ ਐਕਟੀਵਿਟੀ ਜਿਹੜੀ ਹੈ ਉਹ ਸਿੱਧੂ ਸਾਹਿਬ ਦੇ ਵਾਸਤੇ ਕੰਮ ਨਹੀਂ ਹੈ, ਵੱਡੇ ਵੱਡੇ ਲੀਡਰ ਆਪਣੀ ਗੱਡੀ 'ਚੋਂ ਬਾਹਰ ਵੀ ਨਹੀਂ ਨਿਕਲਣਗੇ। ਸੋ ਸਾਡੀ ਸਟਰੈਂਥ ਡੋਰ ਟੂ ਡੋਰ ਐਕਟੀਵਿਟੀ ਹੈ। ਸਾਡੀਆਂ ਟੀਮਸ ਹਰ ਵਾਰਡ ਦੇ ਵਿੱਚ ਡੋਰ ਟੂ ਡੋਰ ਐਕਟੀਵਿਟੀ ਕਰ ਰਹੀਆਂ ਨੇ, ਹਰ ਘਰ ਦਾ ਬੂਹਾ ਖੜਕਾ ਰਹੀਆਂ ਨੇ, ਔਰ ਉਹਨਾਂ ਨੂੰ ਮਿਲ ਕੇ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਮਝਾ ਕੇ ਉਹਨਾਂ ਨੂੰ ਇਹ ਰਿਕੁਐਸਟ ਕਰ ਰਹੇ ਹਾਂ ਕਿ ਇਸ ਵਾਰ ਅਰਵਿੰਦ ਕੇਜਰੀਵਾਲ ਨੂੰ ਮੌਕਾ ਦਿਓ। ਔਰ ਸਾਨੂੰ ਅੱਗੋਂ ਜਵਾਬ ਇਹ ਮਿਲਦਾ ਹੈ ਕਿ ਤੁਸੀਂ ਲੇਟ ਆਇਓ, ਅਸੀਂ ਤਾਂ ਪਹਿਲੇ ਹੀ ਆਪਣਾ ਮਨ ਬਣਾ ਚੁੱਕੇ ਹਾਂ। ਅਰਵਿੰਦ ਕੇਜਰੀਵਾਲ ਬਾਰੇ ਇੱਕ ਗੱਲ ਜਿਹੜੀ ਮੈਂ ਆਬਜ਼ਰਵ ਕੀਤੀ ਹੈ ਕਿ ਵੀ ਉਹ ਚੈਲੰਜ ਨੂੰ ਅਪਰਚੂਨਿਟੀ ਬਣਾਉਣ ਦੀ ਸਮਰੱਥਾ ਰੱਖਦੇ ਨੇ। ਉਹਨਾਂ ਨੇ ਕੀਤਾ ਕਿ ਜਦੋਂ ਦਿੱਲੀ ਮਾਡਲ ਦੀ ਗੱਲ ਹੋਈ ਤੇ ਲੋਕਾਂ ਨੇ ਇੱਥੇ ਜਦੋਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜੀ ਆਊਟਸਾਈਡਰ ਨੇ, ਤੇ ਉਹਨਾਂ ਨੇ ਕਿਹਾ ਹਾਂਜੀ ਮੈਂ ਆਊਟਸਾਈਡਰ ਹਾਂ, ਮੈਂ ਦਿੱਲੀ ਵਿੱਚ ਇੰਨੀ ਡਿਵੈਲਪਮੈਂਟ ਕੀਤੀ, ਮੈਂ ਤੁਹਾਡੀ ਵੀ ਕਰ ਦਾਂਗਾ। ਸੋ ਇਹ ਉਹਨਾਂ ਨੇ ਇੱਕ ਚੈਲੰਜ ਨੂੰ ਅਪਰਚੂਨਿਟੀ ਬਣਾਇਆ। ਹੁਣ ਜੀਵਨਜੋਤ ਕੌਰ ਹੋਰੀ ਵੀ ਤਕਰੀਬਨ ਮੈਨੂੰ ਲੱਗਦਾ ਹੈ ਕਿ ਉਸੀ ਐਂਗਲ ਨਾਲ ਔਰ ਉਸੀ ਲਹਿਜ਼ੇ ਨਾਲ ਗੱਲ ਕਰ ਰਹੇ ਨੇ ਕਿ ਕਿਸ ਤਰ੍ਹਾਂ ਅਗਰ ਇੱਥੇ ਡੋਰ ਟੂ ਡੋਰ ਐਕਟੀਵਿਟੀ ਅਗਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਫੁਟੇਜ ਮਿਲਦੀ ਹੈਗੀ ਹੈ, ਚੈਨਲਸ ਉੱਤੇ ਮਿਲਦੀ ਹੈਗੀ ਹੈ, ਗੱਲਬਾਤ ਹੁੰਦੀ ਹੈ, ਨੈਸ਼ਨਲ 에ਅਰ ਤੇ ਆਉਂਦੇ ਹੈਗੇ ਨੇ, ਤੇ ਉਹ ਇੱਧਰ ਡੋਰ ਟੂ ਡੋਰ ਐਕਟੀਵਿਟੀ ਨੂੰ ਆਪਣੀ ਸਟਰੈਂਥ ਬਣਾਉਣ ਦੀ ਗੱਲ ਕਰ ਰਹੇ ਨੇ। ਬਹਿਰਹਾਲ ਇਸ ਦਾ ਅੱਗੇ ਚੋਣਾਂ ਵਿੱਚ ਕੀ ਨਤੀਜਾ ਹੁੰਦਾ ਹੈ ਇਹ ਸਾਰਾ ਇਹ ਵੋਟਰ ਦੱਸਣਗੇ, ਵੋਟਰ ਡਿਸਾਈਡ ਕਰਨਗੇ। ਅਸੀਂ ਤੁਹਾਨੂੰ ਅੱਜ ਅੰਮ੍ਰਿਤਸਰ ਈਸਟ ਕੰਸਟੀਚੁਐਂਸੀ ਲੈ ਕੇ ਆਏ, ਉਸ ਕੰਸਟੀਚੁਐਂਸੀ ਲੈ ਕੇ ਆਏ ਜਿੱਥੇ ਨਵਜੋਤ ਸਿੰਘ ਸਿੱਧੂ ਵਰਗੇ ਪੰਜਾਬ ਦੇ ਨਾਮੀ ਲੀਡਰ ਜਿਹੜੇ ਨੇ ਉਹ ਇੱਥੋਂ ਖੜੇ ਹੋਏ ਨੇ, ਤੇ ਉਹਨਾਂ ਸਾਹਮਣੇ ਹੁਣ ਆਮ ਆਦਮੀ ਪਾਰਟੀ ਨੇ ਇਹ ਚੈਲੰਜ ਦਿੱਤਾ ਹੈ। ਅੱਗੋਂ ਕੀ ਹੁੰਦਾ ਹੈ ਇਹ ਵੋਟਰ ਉਸ ਦਾ ਨੀਅਤ ਕਰਨਗੇ। ਪੰਜਾਬ ਦੀ ਹੋਰ ਖਬਰਾਂ ਲੈ ਕੇ, ਚੋਣ ਸੰਬੰਧੀ ਹੋਰ ਖਬਰਾਂ ਲੈ ਕੇ ਤੇ ਹੋਰ ਪਹਿਲੂਆਂ ਨੂੰ ਲੈ ਕੇ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਤਦ ਤੱਕ ਰੱਬ ਰਾਖਾ, ਸਤਿ ਸ਼੍ਰੀ ਅਕਾਲ।